ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੰਗਤ ਜੀ, ਇੱਕ ਦਿਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਤੇ ਮਰਦਾਨੇ ਦੇ ਨਾਲ ਜਾ ਰਹੇ ਸਨ। ਗੁਰੂ ਜੀ ਨੂੰ ਚਲਦਿਆਂ ਚਲਦਿਆਂ ਕਈ ਦਿਨ ਬੀਤ ਗਏ। ਰਾਹ ਵਿੱਚ ਕੋਈ ਪਿੰਡ ਤੇ ਨਗਰ ਨਹੀਂ ਆਇਆ। ਚਾਰੇ ਪਾਸੇ ਉਜਾੜ ਸੀ। ਇਸ ਉਜਾੜ ਨੂੰ ਦੇਖ ਕੇ ਭਾਈ ਮਰਦਾਨੇ ਜੀ ਨੇ ਗੁਰੂ ਜੀ ਨੂੰ ਕਿਹਾ, ਅੱਗੇ ਕੋਈ ਨਗਰ ਆਵੇਗਾ ਜਾਂ ਨਹੀਂ ਆਵੇਗਾ? ਕਿੰਨੇ ਦਿਨ ਰਾਸਤੇ ਵਿੱਚ ਚੱਲੇ ਹਾਂ, ਅੱਗੇ ਕੋਈ ਨਗਰ ਆਵੇਗਾ ਜਾਂ ਨਹੀਂ ਆਵੇਗਾ? ਇਹ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਗੁਰੂ ਜੀ ਨੇ ਬਚਨ ਕੀਤੇ, ਨਗਰ ਪੁੱਛਣ ਦਾ ਪ੍ਰੇਮੀ ਹੋ ਗਿਆ ਹੈ ਕਿ ਢਿੱਡ ਵਿੱਚ ਬੜੀ ਭੁੱਖ ਲੱਗੀ ਹੈ। ਅੱਗੇ ਭਾਈ ਮਰਦਾਨੇ ਜੀ ਨੇ ਕਿਹਾ, ਤੁਹਾਡੀ ਗੱਲ ਠੀਕ ਹੈ, ਮੇਰੀ ਭੁੱਖ ਹੁਣ ਦੂਰ ਕੌਣ ਕਰੇ? ਅਸੀਂ ਵੱਡੇ ਵੱਡੇ ਜੰਗਲਾਂ ਵਿੱਚ ਘੁੰਮ ਰਹੇ ਹਾਂ, ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਣੀ ਆ ਅਤੇ ਕਿਹੜੇ ਵੇਲੇ ਪ੍ਰਾਣ ਨਿਕਲ ਜਾਣੇ ਹਨ। ਕਿਤੇ ਕਿਤੇ ਮੇਰੇ ਹੱਥ ਭੋਜਨ ਆਉਂਦਾ ਹੈ, ਭੋਜਨ ਬਗੈਰ ਜੀਵਤ ਨਹੀਂ ਰਿਹਾ ਜਾ ਸਕਦਾ। ਤੁਹਾਨੂੰ ਤਾਂ ਭੁੱਖ ਪਿਆਸ ਲੱਗਦੀ ਨਹੀਂ ਹੈ, ਸਦਾ ਮਨ ਵਿੱਚ ਆਨੰਦਮਈ ਰਹਿੰਦੇ ਹੋ। ਗੁਰੂ ਜੀ ਮੁਖ ਤੋਂ ਹੌਲੀ ਹੌਲੀ ਹੱਸ ਰਹੇ ਸਨ। ਗੁਰੂ ਜੀ ਨੇ ਕਿਹਾ, ਹੇ ਮਰਦਾਨੇ, ਜੇ ਭੁੱਖ ਨਾਲ ਤੇਰੀ ਮੌਤ ਹੋ ਗਈ, ਜੇ ਤੇਰੇ ਪ੍ਰਾਣ ਨਿਕਲ ਵੀ ਗਏ, ਅਸੀਂ ਫਿਰ ਵਾਪਸ ਲੈ ਜਾਵਾਂਗੇ। ਅਖੀਰ ਇੱਕ ਦਿਨ ਮਰਨਾ ਹੀ ਹੈ। ਹੁਣ ਤੂੰ ਘਬਰਾ ਨਾ। ਜੇ ਚਾਹੁੰਦਾ ਹੈ ਤਾਂ ਨਗਰ ਵਿੱਚ ਜਾ ਕੇ ਭੋਜਨ ਛਕ ਲੈ, ਨਗਰ ਹੁਣ ਬਹੁਤਾ ਦੂਰ ਨਹੀਂ ਹੈ। ਇਹ ਕਹਿ ਕੇ ਗੁਰੂ ਜੀ ਚੁੱਪ ਹੋ ਗਏ। ਹੌਲੀ ਹੌਲੀ ਚੱਲ ਰਹੇ ਸਨ। ਅੱਗੇ ਇੱਕ ਨਗਰ ਆਇਆ ਜਿਹੜਾ ਬੜਾ ਸੁੰਦਰ ਸੀ ਅਤੇ ਸ਼ੋਭਾ ਵਾਲਾ ਸੀ। ਇਸ ਨੂੰ ਦੇਖ ਕੇ ਇੰਦਰਪੁਰੀ ਵੀ ਆਪਣੀਆਂ ਅੱਖਾਂ ਨੀਵੀਆਂ ਕਰ ਲਵੇ। ਉਸ ਦੇ ਚਾਰੇ ਪਾਸੇ ਬਾਗ ਬਗੀਚੇ ਸਨ। ਉਸ ਨਗਰ ਦੇ ਦਰਵਾਜ਼ਿਆਂ ਉੱਤੇ ਫੁੱਲਾਂ ਅਤੇ ਪੱਤਿਆਂ ਦੇ ਬੜੇ ਹਾਰ ਬੰਨੇ ਹੋਏ ਸਨ ਜੋ ਬੜੇ ਸੁਹਾਵਣੇ ਲੱਗ ਰਹੇ ਸਨ। ਸਾਰਾ ਨਗਰ ਜਗਮਗ ਕਰਦਾ ਚਮਕ ਰਿਹਾ ਸੀ, ਮੰਨੋ ਜਿੱਦਾਂ ਬਹੁਤ ਸਾਰੇ ਸੂਰਜ ਚੜ੍ਹ ਪਏ ਹੋਣ। ਗੁਰੂ ਜੀ ਨਗਰ ਦੇ ਨੇੜੇ ਪਹੁੰਚੇ ਤੇ ਇੱਕ ਥਾਂ ਤੇ ਬੈਠ ਗਏ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਹੁਣ ਨਗਰ ਵਿੱਚ ਜਾਵੋ ਅਤੇ ਦੇਖ ਲਵੋ, ਭੋਜਨ ਖਾ ਕੇ ਆਪਣੀ ਭੁੱਖ ਮਿਟਾ ਲਵੋ। ਅੱਗੇ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ, ਮੇਰੇ ਪੱਲੇ ਤਾਂ ਇੱਕ ਦਾਮ ਵੀ ਨਹੀਂ ਹੈ, ਬਗੈਰ ਮੁੱਲ ਤੋਂ ਕਿਸ ਦੇ ਘਰ ਜਾ ਕੇ ਕਿਵੇਂ ਖਾ ਲਵਾਂ? ਮੈਨੂੰ ਤਾਂ ਇਸ ਥਾਂ ਕੋਈ ਜਾਣਦਾ ਵੀ ਨਹੀਂ ਹੈ। ਅੱਗੇ ਗੁਰੂ ਜੀ ਨੇ ਕਿਹਾ, ਸਾਰਾ ਨਗਰ ਤੈਨੂੰ ਭੋਜਨ ਦੇਵੇਗਾ। ਅੱਗੇ ਭਾਈ ਮਰਦਾਨੇ ਜੀ ਨੇ ਕਿਹਾ, ਗੁਰੂ ਜੀ ਨਗਰ ਵਿੱਚ ਫੜਾਉਂਗੇ ਅਤੇ ਮਰਦਾਂ ਪਾਸੋਂ ਮੈਨੂੰ ਮਾਰ ਪਵਾਉਂਗੇ। ਚੋਰ ਸਮਝ ਕੇ ਮੈਨੂੰ ਕੈਦ ਕਰ ਲੈਣਗੇ, ਫਿਰ ਮੈਂ ਚੰਗਾ ਭੋਜਨ ਕਿਸ ਤਰ੍ਹਾਂ ਖਾਵਾਂਗਾ? ਅੱਗੇ ਗੁਰੂ ਜੀ ਨੇ ਕਿਹਾ, ਨਗਰ ਵਿੱਚ ਜੇ ਤੈਨੂੰ ਕੋਈ ਫੜੇ, ਉਹਨਾਂ ਕੋਲ ਮੇਰਾ ਨਾਂ ਲੈ ਦੇਣਾ, ਉਹ ਤੈਨੂੰ ਛੱਡ ਦੇਣਗੇ। ਫਿਰ ਭਾਈ ਮਰਦਾਨਾ ਜੀ ਨਗਰ ਵਿੱਚ ਤੁਰੰਤ ਗਿਆ। ਦੁਕਾਨਾਂ ਵਿੱਚ ਸੁੰਦਰ ਮਠਿਆਈਆਂ ਪਈਆਂ ਸਨ, ਕੜਾਹ ਪ੍ਰਸ਼ਾਦ, ਪੂੜੇ ਪੁੜੀਆਂ ਬਣੀਆਂ ਹੋਈਆਂ ਸਨ। ਮਨੁੱਖ ਸਾਰੇ ਉੱਥੇ ਦੇਵਤਿਆਂ ਦੇ ਵਾਂਗ ਫਿਰ ਰਹੇ ਸਨ। ਕਈ ਪ੍ਰਕਾਰ ਦੇ ਰੇਸ਼ਮੀ ਕੱਪੜੇ ਅਤੇ ਸੁੰਦਰ ਗਹਿਣੇ ਪਾਏ ਹੋਏ ਸਨ। ਨਗਰ ਦੇਖ ਕੇ ਮਰਦਾਨਾ ਬੜਾ ਖੁਸ਼ ਹੋਇਆ ਤੇ ਇੱਕ ਆਦਮੀ ਦੇ ਨੇੜੇ ਗਿਆ ਅਤੇ ਉਸ ਨੂੰ ਪੁੱਛਿਆ, ਇੱਥੇ ਦੇ ਰਾਜੇ ਦਾ ਕੀ ਨਾਂ ਹੈ? ਇਸ ਨਗਰ ਦਾ ਕੀ ਨਾਂ ਹੈ? ਇੱਥੇ ਕਿਸ ਤਰ੍ਹਾਂ ਵਿਵਹਾਰ ਹੁੰਦਾ ਹੈ? ਜਿਹੜੇ ਕਿ ਸਾਰੇ ਬਾਜ਼ਾਰ ਸੋਨੇ ਦੇ ਬਣੇ ਹੋਏ ਹਨ। ਅੱਗੇ ਉਸ ਆਦਮੀ ਨੇ ਬਚਨ ਕੀਤਾ, ਇਸ ਨਗਰ ਦਾ ਨਾਂ ਸਰਵਣਪੁਰ ਹੈ, ਜਿਹੜਾ ਬੜਾ ਪ੍ਰਸਿੱਧ ਹੈ। ਕਮਲ ਨੈਣ ਰਾਜੇ ਦਾ ਨਾਮ ਹੈ, ਜਿਹੜਾ ਕਿ ਰਾਜਿਆਂ ਦਾ ਰਾਜਾ ਹੈ। ਇਸ ਤਰ੍ਹਾਂ ਦਾ ਰਾਜਾ
ਕੋਈ ਨਹੀਂ ਹੋਇਆ ਹੈ। ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈ। ਜੋ ਚਾਹੁੰਦੇ ਹਨ ਲੈ ਲੈਂਦੇ ਹਨ। ਜਿਹੜੇ ਮਿੱਠੇ ਪਦਾਰਥ ਹਨ ਸਭ ਧਰਮ ਅਰਥ ਦੇ ਦਿੰਦੇ ਹਨ। ਦੇਸ਼ ਅਤੇ ਵਿਦੇਸ਼ ਦੇ ਰਹਿਣ ਵਾਲੇ ਜੋ ਚਾਹੁੰਦੇ ਹਨ ਕਿਸੇ ਇੱਕ ਮੁੱਲ ਤੋਂ ਬਗੈਰ ਲੈ ਸਕਦੇ ਹਨ। ਇਹ ਸੁਣ ਕੇ ਮਰਦਾਨਾ ਬੜਾ ਖੁਸ਼ ਹੋਇਆ। ਮੈਨੂੰ ਬੜੀ ਭੁੱਖ ਲੱਗੀ ਹੈ, ਮੈਂ ਭੋਜਨ ਖਾਣਾ ਚਾਹੁੰਦਾ ਹਾਂ। ਅੱਗੇ ਭਾਈ ਮਰਦਾਨੇ ਨੇ ਉਸ ਤੋਂ ਉਸ ਦਾ ਨਾਂ ਪੁੱਛਿਆ। ਉਸ ਮਨੁੱਖ ਨੇ ਕਿਹਾ, ਮੇਰਾ ਨਾਂ ਧਰਮ ਸਿੰਘ ਹੈ। ਜੇ ਤੁਹਾਡੇ ਮਨ ਵਿੱਚ ਭੋਜਨ ਦੀ ਇੱਛਾ ਹੈ ਦੁਕਾਨ ਤੋਂ ਉਹ ਭੋਜਨ ਲੈ ਕੇ ਖਾ ਲਵੋ। ਅੱਗੇ ਭਾਈ ਮਰਦਾਨੇ ਨੇ ਕਿਹਾ, ਬਿਨਾਂ ਪਛਾਣ ਤੋਂ ਕਿਵੇਂ ਲੈ ਸਕਦਾ ਹਾਂ? ਅੱਗੇ ਧਰਮ ਸਿੰਘ ਨੇ ਕਿਹਾ, ਆਓ ਤੁਹਾਨੂੰ ਮੈਂ ਭੋਜਨ ਲੈ ਦਿੰਦਾ ਹਾਂ। ਤੁਹਾਡੇ ਹੋਰ ਵੀ ਸਾਥੀ ਹਨ ਤਾਂ ਉਸ ਵਾਸਤੇ ਵੀ ਬਿਨਾਂ ਕਿਸੇ ਝਿਜਕ ਤੋਂ ਭੋਜਨ ਲੈ ਜਾਓ। ਅੱਗੇ ਭਾਈ ਮਰਦਾਨੇ ਜੀ ਨੇ ਕਿਹਾ, ਮੇਰੇ 2 ਸਾਥੀ ਹਨ, ਉਹ ਭੋਜਨ ਨਹੀਂ ਛਕਦੇ ਹਨ। ਤੁਸੀਂ ਚੱਲ ਕੇ ਮੈਨੂੰ ਭੋਜਨ ਲੈ ਦਿਓ, ਮੈਨੂੰ ਬਹੁਤ ਭੁੱਖ ਲੱਗੀ ਹੈ। ਮਰਦਾਨੇ ਨੇ ਫਿਰ ਪ੍ਰਸੰਨ ਹੋ ਕੇ ਭੋਜਨ ਛਕਿਆ। ਫਿਰ ਸਾਰੇ ਨਗਰ ਨੂੰ ਫਿਰ ਕੇ ਦੇਖਿਆ ਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਮਰਦਾਨਾ ਫਿਰ ਗੁਰੂ ਜੀ ਦੇ ਕੋਲ ਪਹੁੰਚ ਗਿਆ। ਗੁਰੂ ਜੀ ਨੇ ਮਰਦਾਨੇ ਨੂੰ ਦੇਖ ਕੇ ਬਚਨ ਕੀਤੇ, ਤੇਰਾ ਹਿਰਦਾ ਹੁਣ ਪ੍ਰਸੰਨ ਹੋ ਗਿਆ ਹੈ। ਭੋਜਨ ਖਾ ਕੇ ਮਰਦਾਨੇ ਨੇ ਕਿਹਾ, ਪ੍ਰਭੂ ਜੀ ਬਿਆਨ ਨਹੀਂ ਕਰ ਸਕਦਾ, ਅਜਿਹਾ ਭੋਜਨ ਅੱਜ ਤੱਕ ਨਹੀਂ ਦੇਖਿਆ। ਗੁਰੂ ਜੀ, ਇੱਕ ਮਨੁੱਖ ਮੈਨੂੰ ਮਿਲ ਗਿਆ ਸੀ ਜਿਸ ਦਾ ਸੁਭਾਅ ਬਹੁਤ ਠੰਡਾ ਸੀ। ਉਸਨੇ ਮੈਨੂੰ ਭੋਜਨ ਦਿਲਵਾਇਆ। ਉਸਨੇ ਮੈਨੂੰ ਕਿਹਾ, ਜਿਹੜੇ ਤੇਰੇ ਅੰਗੀ ਸੰਗੀ ਹਨ ਉਹਨਾਂ ਵਾਸਤੇ ਵੀ ਭੋਜਨ ਲੈ ਜਾ। ਮੈਂ ਉਸ ਨੂੰ ਕਿਹਾ, ਉਹ ਭੋਜਨ ਨਹੀਂ ਛਕਦੇ ਹਨ। ਭੋਜਨ ਖਾਣ ਤੋਂ ਬਾਅਦ ਗੁਰੂ ਜੀ ਫਿਰ ਸਾਰਾ ਨਗਰ ਦੇਖਿਆ। ਅੱਗੇ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ, ਇਸ ਨਗਰ ਵਿੱਚ ਮਰਦ ਕਿਸ ਤਰ੍ਹਾਂ ਕੰਮ ਕਰਦੇ ਹਨ ਜਿਨ੍ਹਾਂ ਪਾਸ ਸਾਰੇ ਸੁੱਖ ਬਗੈਰ ਮੁੱਲ ਦੇ ਪ੍ਰਾਪਤ ਹੋ ਜਾਂਦੇ ਹਨ, ਜਿਹੜੇ ਦਿਨ ਰਾਤ ਐਸ਼ ਕਰਦੇ ਹਨ। ਅੱਗੇ ਗੁਰੂ ਜੀ ਨੇ ਕਿਹਾ, ਮਰਦਾਨੇ, ਇੱਥੇ ਕੋਈ ਝੂਠ ਨਹੀਂ ਬੋਲਦਾ। ਇਹ ਥਾਂ ਵਿਸ਼ਾਲ ਧਰਮ ਵਾਲਾ ਹੈ। ਸਾਰੇ ਦੇਸ਼ ਵਿੱਚੋਂ ਪਾਪ ਨੂੰ ਬਾਹਰ ਕੱਢ ਦਿੱਤਾ ਹੈ। ਹਿਰਦੇ ਵਿੱਚ ਸੱਚ ਅਤੇ ਸੰਤੋਖ ਧਾਰਨ ਕਰਕੇ ਰੱਖਦੇ ਹਨ। ਇੱਥੇ ਨਰ ਨਾਰੀ ਆਪਸ ਵਿੱਚ ਭੋਗ ਨਹੀਂ ਕਰਦੇ। ਇੱਥੇ ਦ੍ਰਿਸ਼ਟੀ ਭੋਗ ਦੀ ਰੀਤੀ ਚੱਲਦੀ ਹੈ। ਪੁੰਨ ਦਾਨ ਨਾਲ ਸਭ ਦੀ ਪ੍ਰੀਤ ਹੈ। ਕਲਯੁਗ ਵਿੱਚ ਇਸ ਨਗਰ ਦੇ ਬਰਾਬਰ ਹੋਰ ਕੋਈ ਦੂਸਰਾ ਸ੍ਰੇਸ਼ਟ ਰਾਜਾ ਨਹੀਂ ਹੋਇਆ ਹੈ। 17 ਰਾਜੇ ਇਸ ਦੀ ਈਨ ਮੰਨਦੇ ਹਨ। ਇਹ ਮਹਾਨ ਅਤੇ ਧਰਮੀ ਰਾਜਾ ਹੈ। ਅੱਗੇ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ, ਇਸ ਥਾਂ ਰਹਿ ਕੇ ਗੁਜਰਾਨ ਕਰੋ। ਬਣਿਆ ਬਣਾਇਆ ਚੰਗਾ ਭੋਜਨ ਮਿਲਦਾ ਹੈ। ਅੱਗੇ ਗੁਰੂ ਜੀ ਨੇ ਕਿਹਾ, ਅਸੀਂ ਆਪ ਕੁਝ ਨਹੀਂ ਕਰਦੇ, ਜਿੱਥੇ ਕਰਤਾਰ ਲੈ ਜਾਵੇਗਾ ਚਲੇ ਜਾਵਾਂਗੇ। ਗੁਰੂ ਜੀ ਨੂੰ ਉੱਥੇ ਬੈਠਿਆਂ 7 ਦਿਨ ਬੀਤ ਗਏ। ਮਰਦਾਨਾ ਸਵੇਰੇ ਸ਼ਾਮ ਨਗਰ ਵਿੱਚ ਮੰਗ ਕੇ ਭੋਜਨ ਖਾ ਆਉਂਦਾ ਸੀ। ਇੱਕ ਦਿਨ ਭਾਈ ਮਰਦਾਨੇ ਨੂੰ ਧਰਮ ਸਿੰਘ ਮਿਲਿਆ ਤੇ ਪੁੱਛਣ ਲੱਗਾ, ਤੇਰੇ ਜੋ 2 ਸਾਥੀ ਹਨ ਉਹ ਕਦੇ ਨਗਰ ਵਿੱਚ ਨਹੀਂ ਦੇਖੇ, ਉਹ ਭੋਜਨ ਕਿਸ ਤੋਂ ਲੈ ਕੇ ਖਾਂਦੇ ਹਨ? ਮਰਦਾਨੇ ਨੇ ਉਸ ਨੂੰ ਕਿਹਾ, ਉਹ ਸੰਤੋਖੀ ਹਨ, ਉਹ ਭੋਜਨ ਨਹੀਂ ਖਾਂਦੇ, ਉਹ ਇੱਕ ਬਾਗ ਵਿੱਚ ਬੈਠੇ ਹਨ। ਉਸ ਧਰਮ ਸਿੰਘ ਨੇ ਆਪਣੇ ਮਨ ਵਿੱਚ ਸੋਚਿਆ, ਇਹਨਾਂ ਮਹਾਨ ਸੰਤਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਉਸਨੇ ਭੋਜਨ ਲਿਆ ਤੇ ਗੁਰੂ ਜੀ ਨੂੰ ਮਿਲਣ ਪਹੁੰਚ ਗਿਆ। ਹੱਥ ਜੋੜ ਕੇ ਗੁਰੂ ਜੀ ਨੂੰ ਅਰਦਾਸ ਕੀਤੀ, ਹੇ ਸੰਤ ਜੀ, ਮੈਂ ਭੋਜਨ ਭੇਟ ਦੇ ਤੌਰ ਤੇ ਲੈ ਕੇ ਆਇਆ ਹਾਂ, ਇਸ ਨੂੰ ਛਕੋ ਜੀ। ਅੱਗੇ ਗੁਰੂ ਜੀ ਨੇ ਆਖਿਆ, ਇਹ ਭੋਜਨ ਕਿਸ ਨੇ ਭੇਜਿਆ ਹੈ? ਉਸ ਆਦਮੀ ਨੇ ਕਿਹਾ, ਜੀ ਮੈਨੂੰ ਮਰਦਾਨੇ ਦੇ ਕੋਲੋਂ ਪਤਾ ਚੱਲਿਆ ਹੈ
ਤੁਸੀਂ 7 ਦਿਨ ਤੋਂ ਭੁੱਖੇ ਹੋ, ਕੁਛ ਖਾਧਾ ਨਹੀਂ ਹੈ, ਨਾ ਹੀ ਕੋਈ ਇੱਛਾ ਹੈ, ਇਸ ਲਈ ਮੈਂ ਭੋਜਨ ਲੈ ਕੇ ਆਇਆ ਹਾਂ। ਇੱਥੋਂ ਦਾ ਰਾਜਾ ਬੜਾ ਧਰਮਾਤਮਾ ਹੈ, ਜੋ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਤੇ 17 ਰਾਜੇ ਉਸ ਦੇ ਅਧੀਨ ਹਨ। ਆਪਣੇ ਵਾਂਗੂ ਸਾਰਿਆਂ ਨੂੰ ਮਹਾਨ ਮੰਨਦਾ ਹੈ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ, ਨਾ ਹੀ ਕੋਈ ਊਚ ਨੀਚ ਦਾ ਭੇਦਭਾਵ ਰੱਖਦਾ ਹੈ। ਅੱਗੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਸਾਨੂੰ ਇਹ ਗੱਲ ਠੀਕ ਨਹੀਂ ਲੱਗਦੀ, ਸਾਨੂੰ ਤਾਂ ਰਾਜੇ ਵਿੱਚ ਦੋਸ਼ ਲੱਗਦਾ ਹੈ। ਉਸ ਆਦਮੀ ਨੇ ਹੈਰਾਨ ਹੋ ਕੇ ਇਹ ਗੱਲ ਰਾਜੇ ਕਮਲ ਨੈਣ ਨੂੰ ਦੱਸੀ ਤਾਂ ਉਹ ਰਾਜਾ ਸੋਚੀ ਪੈ ਗਿਆ ਤੇ ਚੱਲ ਕੇ ਗੁਰੂ ਜੀ ਦੇ ਕੋਲ ਆਇਆ। ਆ ਕੇ ਗੁਰੂ ਜੀ ਨੂੰ ਪੁੱਛਿਆ, ਸੰਤ ਜੀ ਮੇਰੇ ਵਿੱਚ ਕੀ ਦੋਸ਼ ਹੈ, ਦੱਸਣਾ ਕਰੋ। ਅੱਗੇ ਗੁਰੂ ਜੀ ਨੇ ਕਿਹਾ, ਜੇ ਤੂੰ ਸਭ ਨੂੰ ਇੱਕ ਸਮਾਨ ਸਮਝਦਾ ਹੈ ਤਾਂ ਫਿਰ 17 ਰਾਜਿਆਂ ਕੋਲੋਂ ਆਪਣਾ ਹੁਕਮ ਕਿਉਂ ਮਨਵਾਉਂਦਾ ਹੈ? ਇਸ ਦਾ ਇਹ ਮਤਲਬ ਹੈ ਕਿ ਤੂੰ ਉਹਨਾਂ ਨੂੰ ਨੀਵਾਂ ਸਮਝਦਾ ਹੈ ਅਤੇ ਖੁਦ ਨੂੰ ਉੱਚਾ ਮੰਨਦਾ ਹੈ। ਤੇਰੇ ਮਨ ਵਿੱਚ ਹੰਕਾਰ ਹੱਲੇ ਦੂਰ ਨਹੀਂ ਹੋਇਆ, ਜੋ ਕਿ ਜਨਮ ਮਰਨ ਦਾ ਕਾਰਨ ਹੈ। ਅੱਗੇ ਰਾਜੇ ਨੇ ਕਿਹਾ, ਜੀ ਮੈਂ ਤਾਂ ਕਿਸੇ ਕੋਲੋਂ ਈਨ ਨਹੀਂ ਮਨਵਾਉਣਾ, ਉਹ ਆਪ ਹੀ ਮੰਨਦੇ ਹਨ। ਜੇਕਰ ਆਪ ਨੂੰ ਇਹ ਹੰਕਾਰ ਲੱਗਦਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਦੂਰ ਕਰ ਦਿਓ। ਅੱਗੇ ਗੁਰੂ ਜੀ ਨੇ ਕਿਹਾ, ਜੇ ਤੂੰ ਇਸ ਨੂੰ ਦੂਰ ਕਰਨਾ ਹੈ ਤਾਂ ਰਾਜਾ ਸੁਦਰਸੈਨ ਦੀ ਈਨ ਮੰਨ ਲੈ, ਫਿਰ ਅਸੀਂ ਤੈਨੂੰ ਨਿਰਦੋਸ਼ ਮੰਨਾਂਗੇ। ਅੱਗੇ ਕਮਲ ਨੈਣ ਨੇ ਕਿਹਾ, ਸੰਤ ਜੀ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਰਾਜਾ ਸੁਦਰਸੈਨ ਦੇ ਕੁੱਤਿਆਂ ਦੇ ਵੀ ਪੈਰੀ ਪੈ ਜਾਵਾਂਗਾ। ਰਾਜੇ ਕਮਲ ਨੈਣ ਦੀ ਨਿਮਰਤਾ ਦੇਖ ਕੇ ਗੁਰੂ ਜੀ ਨੇ ਕਿਹਾ, ਤੁਸੀਂ ਧਨ ਹੋ, ਤੁਹਾਡੀ ਵਡਿਆਈ ਵੀ ਰਾਜੇ ਜਨਕ ਵਾਂਗੂ ਹੀ ਹੈ, ਜੋ ਉਸ ਦੀ ਸੇਵਾ ਕਰਕੇ ਤੁਹਾਨੂੰ ਪ੍ਰਾਪਤ ਹੋਈ ਹੈ। ਅੱਗੇ ਰਾਜੇ ਨੇ ਗੁਰੂ ਜੀ ਨੂੰ ਕਿਹਾ, ਤੁਸੀਂ ਮੈਨੂੰ ਦੱਸੋ, ਮੈਨੂੰ ਇਹ ਪ੍ਰਾਪਤੀ ਕਿਸ ਤਰ੍ਹਾਂ ਹੋਈ ਹੈ? ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਬੋਲੇ, ਰਾਜੇ ਜਨਕ ਦੇ ਸਮੇਂ ਤੂੰ ਉਸ ਦਾ ਸੇਵਾਦਾਰ ਸੀ ਤੇ ਤੇਰਾ ਨਾਮ ਸਫਾ ਚੰਦ ਸੀ। ਇੱਕ ਦਿਨ ਰਾਜੇ ਜਨਕ ਨੇ ਬਚਨ ਕੀਤਾ ਕਿ ਹਿਮਾਲਿਆ ਪਰਬਤ ਦੇ ਕੰਢੇ ਤੋਂ ਪਾਣੀ ਲਿਆਓ, ਉੱਥੇ ਪਾਣੀ ਬਹੁਤ ਠੰਡਾ ਹੈ, ਮੈਨੂੰ ਬਹੁਤ ਪਿਆਸ ਲੱਗੀ ਹੈ, ਦੇਰ ਨਾ ਕਰੋ। ਹੁਕਮ ਸੁਣ ਕੇ ਤੁਸੀਂ ਚਲੇ ਗਏ। ਰਾਸਤੇ ਵਿੱਚ ਆਪਣੇ ਮਨ ਵਿੱਚ ਸੋਚਿਆ ਕਿ ਜੇ ਮੈਂ ਵੀ ਕਿਸੇ ਦੇਸ਼ ਦਾ ਰਾਜਾ ਹੁੰਦਾ ਤਾਂ ਇਸ ਤਰ੍ਹਾਂ ਹੀ ਹੁਕਮ ਕਰਦਾ। ਜਦੋਂ ਜਲ ਲਿਆ ਕੇ ਰਾਜੇ ਜਨਕ ਨੂੰ ਦਿੱਤਾ ਤਾਂ ਉਸਨੇ ਖੁਸ਼ ਹੋ ਕੇ ਕਿਹਾ, ਜੋ ਮੰਗਣਾ ਹੈ ਮੰਗ ਲੈ, ਮੈਂ ਤੇਰੇ ਤੇ ਦਿਆਲ ਹਾਂ। ਤੂੰ ਉਸ ਨੂੰ ਕਿਹਾ ਸੀ, ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਫਿਰ ਰਾਜੇ ਜਨਕ ਨੇ ਅੰਤਰਜਾਤਮਾ ਨਾਲ ਦੇਖ ਕੇ ਕਿਹਾ, ਮੰਗ ਤਾਂ ਤੂੰ ਪਹਿਲਾਂ ਹੀ ਲਿਆ ਹੈ, ਹੁਣ ਸ਼ਰਮ ਕਿਉਂ ਕਰਦਾ ਹੈ? ਤੂੰ ਰਾਸਤੇ ਵਿੱਚ ਮੰਗ ਜ਼ਾਹਰ ਕੀਤੀ ਸੀ, ਇਸ ਲਈ ਤੂੰ ਮੇਰੇ ਤੋਂ ਵੀ ਵੱਡਾ ਰਾਜਾ ਬਣੇਗਾ। ਰਾਜੇ ਜਨਕ ਦੀ ਇਹ ਪ੍ਰਾਪਤੀ ਸੁਣ ਕੇ ਤੂੰ ਬੇਨਤੀ ਕੀਤੀ, ਰਾਜ ਤਾਂ ਮਿਲ ਜਾਵੇਗਾ, ਪਰ ਆਤਮ ਗਿਆਨ ਜਿਸ ਵਾਸਤੇ ਮੈਂ ਤੁਹਾਡੀ ਸੇਵਾ ਕੀਤੀ ਹੈ ਉਸ ਤੋਂ ਮੈਂ ਖਾਲੀ ਰਹਾਂਗਾ। ਤੇਰੀ ਇਹ ਇੱਛਾ ਸੁਣ ਕੇ ਰਾਜੇ ਜਨਕ ਨੇ ਕਿਹਾ, ਕਲਯੁਗ ਵਿੱਚ ਤੈਨੂੰ ਇੱਕ ਪੂਰਨ ਗੁਰੂ ਮਿਲੂਗਾ, ਜਿਸ ਤੋਂ ਅੰਤਰ ਗਿਆਨ ਪਾਵੇਂਗਾ। ਆਪਣਾ ਪਿਛਲਾ ਜਨਮ ਸੁਣ ਕੇ ਰਾਜਾ ਕਮਲ ਨੈਣ ਬੜਾ ਖੁਸ਼ ਹੋਇਆ ਤੇ ਗੁਰੂ ਜੀ ਨੂੰ ਨਮਸਕਾਰ ਕੀਤੀ। ਫਿਰ ਰਾਜਾ ਗੁਰੂ ਜੀ ਨੂੰ ਸਵਰਨ ਮੰਦਰ ਵਿੱਚ ਲੈ ਗਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ। ਗੁਰੂ ਜੀ ਉੱਥੇ ਕੁਛ ਦਿਨ ਰਹਿ ਕੇ ਉਸ ਨੂੰ ਗਿਆਨ ਕਰਵਾਇਆ। ਉੱਥੇ ਧਰਮਸ਼ਾਲਾ ਬਣਵਾਈ ਅਤੇ ਸਤਸੰਗ ਦੀ ਰੀਤ ਚਲਾ ਕੇ ਗੁਰੂ
ਜੀ ਨੇ ਜਾਣ ਦੀ ਤਿਆਰੀ ਕੀਤੀ, ਨਾਲ ਹੀ ਉਪਦੇਸ਼ ਕੀਤਾ। ਹੁਣ ਤੁਸੀਂ ਸੰਗਤਾਂ ਨੂੰ ਜੋੜਨਾ ਹੈ। ਸਾਡੀ ਤੇਰੇ ਉੱਤੇ ਇਸੇ ਤਰ੍ਹਾਂ ਕਿਰਪਾ ਬਣੀ ਰਹੇਗੀ। ਉਸ ਰਾਜੇ ਉੱਤੇ ਅਪਾਰ ਖੁਸ਼ੀ ਕਰਕੇ ਗੁਰੂ ਜੀ ਅੱਗੇ ਨੂੰ ਚਲੇ ਗਏ। ਸਤਨਾਮ ਸ੍ਰੀ ਵਾਹਿਗੁਰੂ ਜੀ।